ਸਭ ਤੋਂ ਪਹਿਲਾਂ ਤੁਸੀਂ ਆਏ ਹੋ, ਤੁਹਾਡਾ ਸਵਾਗਤ ਹੈ। ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ। ਅੱਜ ਦਾ ਜੋ ਮੁੱਦਾ ਹੈ ਉਹ ਡਰੱਗਸ ਦਾ ਮੁੱਦਾ ਹੈ। ਡਰੱਗਸ ਦੇ ਬਾਰੇ ਦੇਖੋ, ਸਰਕਾਰ ਨੇ ਇੱਕ ਮੁਕੱਦਮਾ ਦਰਜ ਕੀਤਾ ਹੋਇਆ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਮੁਕੱਦਮਾ ਦਰਜ ਕਰਵਾ ਕੇ ਸਰਕਾਰ ਨੇ ਕਾਫੀ ਵਾਹਵਾਹੀ ਲੁੱਟੀ ਸੀ ਕਿ ਉਹਨਾਂ ਨੇ ਮੁਕੱਦਮਾ ਦਰਜ ਕਰਵਾ ਦਿੱਤਾ। ਪਰਸੋਂ ਵੀ ਇੱਕ ਸੁਣਵਾਈ ਸੀਗੀ 5 ਤਰੀਕ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ, ਤੇ ਸਰਕਾਰ ਦੇਖੋ ਸੈਸ਼ਨ ਕੋਰਟ ਵੱਲੋਂ ਬੇਲ ਰਿਜੈਕਟ ਹੋ ਗਿਆ, ਐਂਟੀਸਿਪੇਟਰੀ ਬੇਲ। ਉਸ ਤੋਂ ਬਾਵਜੂਦ ਸਰਕਾਰ ਗ੍ਰਿਫਤਾਰ ਨਹੀਂ ਕਰ ਰਹੀ। ਸਰਕਾਰ ਮੁੱਖ ਦੋਸ਼ੀ ਨੂੰ ਬਚਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦਾ ਬਿਆਨ ਆਉਂਦਾ ਸੀ ਕਿ ਸਾਡੀ ਸਰਕਾਰ ਆਊਗੀ ਤਾਂ ਅਸੀਂ 24 ਘੰਟੇ ਦੇ ਅੰਦਰ ਅੰਦਰ ਉਸ ਬੰਦੇ ਨੂੰ ਫੜ ਲਵਾਂਗੇ। ਲੇਕਿਨ 18 ਸਤੰਬਰ ਨੂੰ ਕੈਪਟਨ ਸਾਹਿਬ ਨੇ ਇਸਤੀਫਾ ਦਿੱਤਾ ਸੀ। 20 ਸਤੰਬਰ ਨੂੰ ਨਵੀਂ ਸਰਕਾਰ ਬਣ ਗਈ ਸੀਗੀ। ਮੰਨ ਲਓ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਵਜੋਤ ਸਿੱਧੂ ਦੀ ਸਰਕਾਰ ਨਹੀਂ ਸੀਗੀ, ਮੰਨ ਲਓ, ਲੇਕਿਨ 20 ਸਤੰਬਰ ਤੋਂ ਲੈ ਕੇ ਹੁਣ ਤੱਕ ਦੋਸ਼ੀ ਫੜਿਆ ਨਹੀਂ ਗਿਆ। ਤੇ ਇੱਕ ਮੁਕੱਦਮਾ ਦਰਜ ਕਰਕੇ ਇਹ ਦੋਸ਼ੀ ਨੂੰ ਬਚਾਉਣ ਦਾ ਪ੍ਰਯਾਸ ਕਰ ਰਹੇ ਨੇ। ਅਸੀਂ ਇਸ ਚੀਜ਼ ਦੀ ਨਿੰਦਾ ਕਰ ਰਹੇ ਹਾਂ ਜੀ, ਔਰ ਅਸੀਂ ਨਾ ਆਸ ਕਰ ਸਕਦੇ ਹਾਂ ਨਾ ਹੀ ਕੋਈ ਮੰਗ ਕਰ ਸਕਦੇ ਹਾਂ, ਕਿਉਂਕਿ ਇਹ ਸਰਕਾਰ ਦੋਸ਼ੀ ਦੇ ਨਾਲ ਮਿਲੀ ਹੋਈ ਹੈ। ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਵੀ ਮਿਲੇ ਹੋਏ ਨੇ, ਜਿਹੜੇ ਹੋਮ ਮਿਨਿਸਟਰ ਨੇ ਉਹ ਵੀ ਮਿਲੇ ਹੋਏ ਨੇ, ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਮਿਲੇ ਹੋਏ ਨੇ। ਨਹੀਂ ਤਾਂ ਦੇਖੋ, ਮੈਂ ਵੀ ਪੁਲਿਸ ਮਹਕਮੇ ਦੇ ਵਿੱਚ ਰਿਹਾ। ਪੁਲਿਸ ਨੂੰ ਜਦੋਂ ਫੜਨਾ ਹੁੰਦਾ ਹੈ ਨਾ ਤਾਂ ਦੋਸ਼ੀ ਨੂੰ ਤੁਰੰਤ ਪੁਲਿਸ ਫੜ ਲੈਂਦੀ ਹੈ। ਸਾਰਾ ਕੁਝ ਪਤਾ ਹੁੰਦਾ ਹੈ ਜੀ, ਇੰਟੈਲੀਜੈਂਸ ਡਿਪਾਰਟਮੈਂਟ ਹੈ, ਸਾਰਾ ਕੁਝ ਹੈ, ਔਰ ਸਭ ਕੁਝ ਇਹਨਾਂ ਨੂੰ ਪਤਾ ਹੈ। ਔਰ ਸਭ ਤੋਂ ਵੱਡੀ ਗੱਲ ਕਿ 5 ਤਾਰੀਖ ਨੂੰ ਜਿਹੜੀ ਸੁਣਵਾਈ ਹੋਈ ਸੀ, ਜੋ ਸਟੇਟ ਦਾ ਜੋ ਸਭ ਤੋਂ ਵੱਡਾ ਲਾਅ ਅਫਸਰ ਹੁੰਦਾ ਹੈ ਜਿਸ ਨੂੰ ਐਡਵੋਕੇਟ ਜਨਰਲ ਕਿਹਾ ਜਾਂਦਾ ਹੈ, ਐਡਵੋਕੇਟ ਜਨਰਲ ਪੇਸ਼ ਨਹੀਂ ਹੋਏ। ਫਿਰ ਵਹੀ ਹੋ ਰਿਹਾ ਹੈ, ਦਿੱਲੀੋਂ ਵਕੀਲ ਲਿਆ ਕੇ ਬਹਿਸ ਕਰਵਾਈ ਜਾ ਰਹੀ ਹੈ। ਦਿੱਲੀੋਂ ਵਕੀਲ ਜਿਸ ਤਰ੍ਹਾਂ ਬਰਗਾੜੀ, ਕੋਟਕਪੂਰਾ, ਬਹਬਲ ਕਲਾਂ ਕੇਸਾਂ ਦੇ ਵਿੱਚ ਜੋ ਚੱਲਦਾ ਸੀ, ਸੇਮ ਉਹੀ ਸਿਸਟਮ ਚੱਲ ਰਿਹਾ ਹੈ। ਐਡਵੋਕੇਟ ਜਨਰਲ ਤਾਂ ਚਲੋ ਇਹਨਾਂ ਨੇ ਪਹਿਲਾਂ ਹਟਾਇਆ ਜੋ ਕੈਪਟਨ ਸਾਹਿਬ ਦੇ ਸੀਗੇ, ਹੁਣ ਦੂਸਰੇ ਐਡਵੋਕੇਟ ਜਨਰਲ ਲਗਾਏ ਜੋ ਦੋਸ਼ੀਆਂ ਦੇ ਵਕੀਲ ਸੀਗੇ। ਤੇ ਨਵੇਂ ਵੀ ਐਡਵੋਕੇਟ ਜਨਰਲ ਜਿਹੜੇ ਲੱਗੇ ਨੇ ਇਹ ਐਪੀਅਰ ਨਹੀਂ ਹੋ ਰਹੇ ਨੇ। ਸਟੇਟ ਦਾ ਸਭ ਤੋਂ ਇੰਪੋਰਟੈਂਟ ਕੇਸ ਹੋਵੇ ਤੇ ਐਡਵੋਕੇਟ ਜਨਰਲ ਐਪੀਅਰ ਨਾ ਹੁੰਦਾ ਹੋਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਰਕਾਰ ਦੀ ਪ੍ਰਾਇੋਰਿਟੀ ਕਿਸ ਤਰੀਕੇ ਦੀ ਹੈ। ਤੇ ਇਸ ਕਰਕੇ ਅਸੀਂ ਨਾ ਮੰਗ ਕਰ ਰਹੇ ਹਾਂ ਨਾ ਅਸੀਂ ਉਮੀਦ ਕਰ ਰਹੇ ਹਾਂ। ਇਹ ਸਿਰਫ ਇਹੀ ਕਹਾਂਗੇ ਕਿ ਸਰਕਾਰ ਨੇ ਇਹ ਇੱਕ ਮੁੱਲੀ ਭੁਗਤ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਇੱਕ ਤਰੀਕਾ ਅਪਣਾਇਆ ਹੋਇਆ ਹੈ। ਲੇਕਿਨ ਲੋਕ ਗੁੰਮਰਾਹ ਨਹੀਂ ਹੋਣਗੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਫਿਰ ਅਸੀਂ ਡਰੱਗਸ ਦੇ ਉੱਤੇ ਕੰਟਰੋਲ ਕਰਾਂਗੇ। ਕੇਜਰੀਵਾਲ ਸਾਹਿਬ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਗੁਰਦਾਸਪੁਰ ਦੀ ਰੈਲੀ ਦੇ ਵਿੱਚ 6 ਮਹੀਨੇ ਦੇ ਅੰਦਰ ਅੰਦਰ ਅਸੀਂ ਨਸ਼ੇ ਨੂੰ ਜੜੋਂ ਖਤਮ ਕਰ ਦੇਵਾਂਗੇ। ਇਹ ਸਾਡਾ ਇਹ ਟੌਪਿਕ ਸੀਗਾ ਜੀ ਅੱਜ। नए साल पे विक्रम सिंह मजीठिया हरमंदिर साहिब में नतमस्तक होते हैं, लेकिन पुलिस की गिरफ्त से दूर है। लगता है इंटेलिजेंस भी फेल हुई है। नहीं, देखो सरकार वालों उस चीज़ के बारे कहा जा रहा है कि वो मतलब ऑथेंटिक नहीं है, ठीक है ना। वो हो सकता है कि वीडियो बनाया गया हो, लेकिन सरकार जेकर कह रही है तो उस चीज़ ਨੂੰ मान लेना चाहिए है। लेकिन ਅਸੀਂ ਇਹ कह रहे हैं कि सरकार मिली हुई है, सरकार ਨੂੰ ਪਤਾ ਹੈ, ਇਹੀ ਲੁਕੋ ਕੇ ਰੱਖੇ ਹੋਏ ਨੇ, ਲੁਕੋ ਕੇ ਇਹਨਾਂ ਨੇ ਰੱਖਿਆ ਹੋਇਆ ਹੈ ਜੀ, ਠੀਕ ਹੈ ਕਿ ਨਹੀਂ। ਤੇ ਜਨਤਾ ਨੂੰ, ਆਮ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ। ਤੇ ਰਾਜਨੀਤੀ ਦੇਖੋ, ਇਸ ਤਰੀਕੇ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਦੇਖੋ, ਜੋ ਰਾਜਨੀਤਿਕ ਸਿਸਟਮ ਹੈ ਇਸ ਚੀਜ਼ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਮੁੱਦੇ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਤੇ ਜੇ ਇਹਨਾਂ ਦੇ ਕੋਲ ਹੁਣ ਵੀ ਟਾਈਮ ਹੈ, ਦੇਖੋ ਹੁਣ ਵੀ ਟਾਈਮ ਹੈ। ਅਗਲੀ ਤਾਰੀਖ 10 ਤਾਰੀਖ ਹੈ, ਅੱਜ 7 ਤਾਰੀਖ ਹੈ। ਇਹ ਚਾਹਨ ਤਾਂ ਨਵਜੋਤ ਸਿੰਘ ਸਿੱਧੂ ਦਾ 24 घंटा ਹੁਣ ਤੋਂ ਵੀ शुरू हो सकता है, तो हुने दोषी फड़िया जा सकता है। पंजाब में लॉ एंड ऑर्डर की स्थिति को लेकर काफी जो विपक्षी पार्टियां हैं उनका बात कर रही है। चरणजीत सिंह चन्नी जिस तरह देखो, मैं शुरू तो ही लॉ एंड ऑर्डर के बारे में गल करता आया हूँ कि पंजाब ਦੇ ਵਿੱਚ लॉ एंड ऑर्डर की कोई स्थिति नहीं है। ये जो सिस्टम तुसी देख रहे हो ये टोटली अराजकता की स्थिति है, अनारकी की स्थिति है। तो इस करके ਅਸੀਂ ਮੰਗ कर ही नहीं सकते, क्योंकि सरकार ना दी कोई चीज़ है नहीं। सरकार पंजाब ਦੇ ਵਿੱਚ एग्जिस्ट नहीं करती है। तो सरकार एग्जिस्ट नहीं करती है तो जो गैंगस्टर होंगे ने, जो माफिया होंगे ने, वो राज चलाते हैं। तो माफिया का राज है, गैंगस्टरों का राज। पर जिस तरह चूक हुई है प्रधानमंत्री के राजनीतिक स्टंट के रूप में नहीं है या पंजाब सरकार की अनगहली है? नहीं, देखो हुंदा की है कि जो प्रधानमंत्री होंगे ने, राष्ट्रपति होंगे ने,
ਜਾਂ ਕਿਸੇ ਸਟੇਟ ਦੇ ਗਵਰਨਰ ਹੁੰਦੇ ਨੇ ਜਾਂ ਕਿਸੇ ਵੀ ਸਟੇਟ ਦੇ ਚੀਫ ਮਿਨਿਸਟਰ ਹੁੰਦੇ ਨੇ ਕਿਸੇ ਹੋਰ ਸਟੇਟ ਦੇ ਵਿੱਚ ਜਾਂਦੇ ਨੇ ਤੇ ਇੱਕ ਪ੍ਰੋਟੋਕੋਲ ਹੁੰਦਾ ਹੈ क्योंकि वो चीफ मिनिस्टर वो प्राइम मिनिस्टर वो प्रेसिडेंट वो गवर्नर वो किसी पॉलिटिकल पार्टी ਦਾ ਨਹੀਂ ਹੁੰਦਾ ਜਦੋਂ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਅਹੁਦੇ ਤੇ ਆ ਗਏ ਤਾਂ ਉਹ ਸਾਰਿਆਂ ਦੇ ਹੋ ਜਾਂਦੇ ਨੇ ਤਾਂ ਉਹਨਾਂ ਦਾ ਮਾਨ ਸਤਕਾਰ ਉਹਨਾਂ ਦੀ ਸਿਕਿਉਰਿਟੀ ਕਰਨੀ ਇਹ ਸਾਰਾ ਸਟੇਟ ਗਵਰਨਮੈਂਟ ਦਾ ਕੰਮ ਹੁੰਦਾ ਹੈ ਉਸ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ बीजेपी राष्ट्रपति शासन की मांग कर रही है। नहीं देखो बीजेपी जो कर रही है बीजेपी मैं तो देखो जो प्रोटोकॉल ਦੀ ਗੱਲ ਹੈ ਮੈਂ ਉਹ ਕਰ ਰਿਹਾ ਹਾਂ ਜੀ ਜਦੋਂ ਸਰਕਾਰ ਹੈ ਹੀ ਨਹੀਂ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਹੈ ਸਰਕਾਰ ਐਗਜ਼ਿਸਟ ਨਹੀਂ ਕਰਦੀ ਹੈ ਤਾਂ ਭਾਵੇਂ ਜੋ ਮੰਗ ਕਰ ਲੋ ਅਸੀਂ ਤਾਂ ਕੋਈ ਮੰਗ ਕਰਦੇ ਨਹੀਂ ਨਾ ਜੀ ਅਸੀਂ ਮੰਗ ਨਹੀਂ ਕਰਦੇ ਕਿਉਂਕਿ ਨਾ ਇਹ ਉਸ ਜੋਗੇ ਨੇ कि ਅਸੀਂ ਮੰਗ कर ਸਕੀਏ ना ਅਸੀਂ उम्मीद कर सकते चुनाव सिर पर खड़े हैं उसको लेकर क्या स्टंट हो रहा है कि इलेक्शन होना चाहिए है जी देखो ਅਸੀਂ ਅਸੀਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ ਹੋਵੇ ਜਾਂ ਵੈਸੇ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਣਾ ਚਾਹੀਦਾ ਸੀ ਔਰ ਰਾਸ਼ਟਰਪਤੀ ਸ਼ਾਸਨ ਦੇ ਤਹਿਤ ਸੁਣੋ ਤਾਂ ਸਹੀ ਮੇਰੀ ਗੱਲ ਪੂਰੀ ਹੋ ਲੈਣ ਦਿਓ ਜੋ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਨਾ ਤਾਂ ਵੀ ਵਹੀ ਅਫਸਰ ਹੁੰਦੇ ਨੇ ਔਰ ਜੋ ਪਾਰਟੀ ਸੈਂਟਰ ਦੇ ਵਿੱਚ ਹੁੰਦੀ ਹੈ ਉਹਨਾਂ ਦਾ ਰਾਜ ਹੋ ਜਾਂਦਾ ਹੈ ਇਨਡਾਇਰੈਕਟਲੀ ਜੋ ਪਾਰਟੀ ਸੈਂਟਰ ਦੇ ਵਿੱਚ ਹੁੰਦੀ ਹੈ ਉਸ ਪਾਰਟੀ ਦਾ ਰਾਜ ਇਨਡਾਇਰੈਕਟਲੀ ਹੋ ਜਾਂਦਾ ਹੈ ਤੇ ਜਦੋਂ ਨਾਰਮਲ ਜਿਹੜੀ ਸਰਕਾਰ ਹੁੰਦੀ ਹੈ ਉਸ ਦੇ ਵਿੱਚ ਉਸ ਪਾਰਟੀ ਦਾ ਰਾਜ ਹੁੰਦਾ ਹੈ ਜਿਸ ਦਾ ਚੀਫ ਮਿਨਿਸਟਰ ਹੁੰਦਾ ਹੈ ਤਾਂ ਰਾਸ਼ਟਰਪਤੀ ਰਾਜ ਹੋਵੇ ਜਾਂ ਇਹ ਜੋ ਸੋ ਕਾਲਡ ਲੋਕਪ੍ਰਿय ਸਰਕਾਰ ਹੈ ਇਹ ਹੋਵੇ ਕਰਨਾ ਤਾਂ ਇਹਨਾਂ ਨੇ ਮਨਮਾਨੀ ਹੈ ਜੇਕਰ ਇਹ ਸਰਕਾਰ ਰਹੇਗੀ ਤਾਂ ਕਾਂਗਰਸ ਵਾਲੇ ਆਪਣੀ ਮਨਮਾਨੀ ਕਰਨਗੇ ਜੇਕਰ ਰਾਸ਼ਟਰਪਤੀ ਸ਼ਾਸਨ ਲਾਗੂ ਹੋਊਗਾ ਠੀਕ ਹੈ ਕਿ ਨਹੀਂ ਰਾਸ਼ਟਰਪਤੀ ਸ਼ਾਸਨ ਲਾਗੂ ਹੋਊਗਾ ਤਾਂ ਕੈਪਟਨ ਅਮਰਿੰਦਰ ਸਿੰਘ ਜੋ ਉਹਨਾਂ ਦੇ ਨਾਲ ਰਲ ਗਏ ਨੇ ਉਹ ਆਪਣੀ ਮਨਮਾਨੀ ਕਰਨਗੇ ਜੀ ਤਾਂ ਹਰ ਪਾਸੇ ਅਰਾਜਕਤਾ ਦੀ ਸਥਿਤੀ ਰਹੂਗੀ ਤੇ ਰਾਸ਼ਟਰਪਤੀ ਸ਼ਾਸਨ ਦੀ ਜਿਹੜੀ ਮੰਗ ਹੋਈ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੋਂ ਹੀ ਚੱਲਦੀ ਆ ਰਹੀ ਹੈ ਤਾਂ ਹੁਣ ਵੀ ਜੇਕਰ ਮੰਨ ਲਓ ਓਨੈਸਟ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੈ ਨਾ ਓਨੈਸਟਲੀ ਤਾਂ ਫਿਰ ਬਿਲਕੁਲ ਨਿਸ਼ਪਕਸ਼ ਇਲੈਕਸ਼ਨ ਕਰਾਉਣ ਵਾਸਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਇੱਕ ਵਧੀਆ ਸਿਸਟਮ ਬਣਾ ਦੇਣ ਜੀ ਕਿਉਂਕਿ ਰਾਸ਼ਟਰਪਤੀ ਸ਼ਾਸਨ ਦਾ ਮਤਲਬ ਕੀ ਹੁੰਦਾ ਹੈ ਗਵਰਨਰ ਰੂਲ ਦਾ ਮਤਲਬ ਕੀ ਹੁੰਦਾ ਹੈ ਉਸ ਪਾਰਟੀ ਦਾ ਸ਼ਾਸਨ ਜੋ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਚਲਾ ਰਹੀ ਹੈ ਤਾਂ ਫਿਰ ਉਹ ਬੀਜੇਪੀ ਦਾ ਹੋ ਜਾਏਗਾ ਤੇ ਬੀਜੇਪੀ ਦੇ ਨਾਲ ਕੀ ਹੋਊਗਾ वो फिर कैप्टन अमरिंदर सिंह का हो जाऊगा तो वो समाधान नहीं है लेकिन मैं यही कहांगा कि राष्ट्रपति शासन लागू कराओ या इस सरकार दे विच कराओ फ्री एंड फेयर कराओ और ये जो मतलब सारा कुछ ये कर रहे ने लोगों नूं डराना लोगों नूं मतलब इलेक्शन तो मतलब वो करना अटेंशन डाइवर्ट करना ये सारा काम नहीं होना चाहिए है तर्ज पे नवजोत सिंह सिद्धू ने भी महिलावां दे बच्चियां लई काफी ਜਿਹੜੇ ਆ ਐਲਾਨ ਕੀਤੇ ਨੇ देखो ਉਹਨਾਂ ਦੀ ਸਰਕਾਰ ਹੈ ਉਹ ਅੱਜ ਹੀ ਲਾਗੂ ਕਰ ਸਕਦੇ ਨੇ ਜੀ ਅਸੀਂ ਚੈਲੰਜ ਕਰਦੇ ਹਾਂ ਕਿ ਸਰਕਾਰ ਤੁਹਾਡੀ ਹੈ ਤੁਸੀਂ ਜੋ 2022 ਦੇ ਇਲੈਕਸ਼ਨ ਤੋਂ ਬਾਅਦ ਕਰਨਾ ਚਾਹੁੰਦੇ ਹੋ ਉਹ ਅੱਜ ਕਰਕੇ ਦਿਖਾ ਦਿਓ ਉਹਨਾਂ ਦੇ ਚੀਫ ਮਿਨਿਸਟਰ ਦਾ ਵੀ ਬਿਆਨ ਆ ਗਿਆ ਹੈ ਨਵਜੋਤ ਸਿੱਧੂ ਕੁਝ ਬੋਲਦੇ ਨੇ ਚੀਫ ਮਿਨਿਸਟਰ ਕੁਝ ਬੋਲਦੇ ਨੇ ਤਾਂ ਜੋ ਕਰਨਾ ਹੈ ਨਾ ਤਾਂ ਤੁਸੀਂ ਹੁਣੇ ਕਰ ਦਿਓ ਫਿਰ ਅਸੀਂ ਕਹਾਂਗੇ ਨਕਲ ਕਰਨੀ ਹੈ ਤਾਂ ਨਕਲ ਅੱਜ ਤੋਂ ਹੀ ਸ਼ੁਰੂ ਕਰ ਦਿਓ ਨਕਲ ਬਾਅਦ ਦੇ ਵਿੱਚ ਕਿਉਂ ਕਰੋਗੇ ਨਕਲ ਅੱਜ ਤੋਂ ਸ਼ੁਰੂ ਕਰੋ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਕੌਣ ਜੀ ਵੀ ਕਹਿੰਦੇ ਨੇ 1.5 ਸਾਲ ਕਿਸਾਨ ਬੈਠੇ ਨੇ ਬਰੂਹਾਂ ਤੇ ਦਿੱਲੀ ਦੀਆਂ ਜੇ 15 ਮਿੰਟ ਪ੍ਰਧਾਨ ਮੰਤਰੀ ਨੂੰ ਵੀ ਜੇ ਉਡੀਕਣਾ ਪਿਆ ਤੇ ਹੰਗਾਮਾ ਕਿਉਂ ਕਰਦੇ ਦੇਖੋ ਨਵਜੋਤ ਸਿੰਘ ਸਿੱਧੂ ਪਹਿਲਾਂ ਉਸੇ ਪ੍ਰਧਾਨ ਮੰਤਰੀ ਦੀ ਮਤਲਬ ਦੇਖੋ ਮੁਕਤ ਕੰਠ ਤੋਂ ਪ੍ਰਸ਼ੰਸਾ ਕਰਦੇ ਸੀ ਉਹੀ ਪ੍ਰਧਾਨ ਮੰਤਰੀ ਉਹੀ ਚੀਜ਼ ਹੁਣ ਜਿਹੜੇ ਕਾਂਗਰਸ ਦੇ ਹਾਈ ਕਮਾਂਡ ਨੇ ਉਹਨਾਂ ਦੀ ਕਰਦੇ ਨੇ ਤੇ ਇਸ ਕਰਕੇ ਉਹਨਾਂ ਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਉਹਨਾਂ ਦੇ ਕਹਿਣ ਦਾ ਕੀ ਮਤਲਬ ਹੀ ਨਹੀਂ ਹੈ ਕੋਈ ਕਿਉਂਕਿ ਅੱਜ ਕੁਝ ਕਹਿ ਰਹੇ ਨੇ ਕੱਲ ਕੁਝ ਕਰ ਰਹੇ ਸੀਗੇ ਆਉਣ ਵਾਲੇ ਕੱਲ ਦੇ ਵਿੱਚ ਕੁਝ ਹੋਰ ਕਹਿਣਗੇ ਤਾਂ ਉਹਨਾਂ ਦਾ ਜੋ ਕਹਿਣਾ ਹੈ ਨਾ ਜੀ ਉਹ ਆਪਣੀ ਪਾਰਟੀ ਹੀ ਨਹੀਂ ਸਵੀਕਾਰ ਕਰ ਰਹੀ ਹੈ ਉਹਨਾਂ ਦੀ ਆਪਣੀ ਸਰਕਾਰ ਹੀ ਨਹੀਂ ਸਵੀਕਾਰ ਕਰ ਰਹੀ ਹੈ ਤਾਂ ਸਾਡੇ ਕਮੈਂਟਸ ਦਾ ਤਾਂ ਕੋਈ ਮਤਲਬ ਹੀ ਨਹੀਂ ਹਜ਼ਾਰਾਂ ਕਰੋੜਾਂ ਦੇ ਵਿਕਾਸ ਕੰਮਾਂ ਦਾ ਉਹਨਾਂ ਨੂੰ ਉਦਘਾਟਨ ਕਰਨਾ ਸੀ ਕਿਆ ਸਮਝ ਦੇਖੋ ਜਦੋਂ ਵੀ ਵਿਕਾਸ ਕੰਮ ਹੁੰਦਾ ਹੈ ਨਾ ਜੀ ਵਿਕਾਸ ਦਾ ਕੰਮ ਹੁੰਦਾ ਹੈ ਤਾਂ ਹਜ਼ਾਰਾਂ ਲੱਖਾਂ ਕਰੋੜਾਂ ਦਾ ਹੀ ਆਉਂਦਾ ਹੈ ਇਹ ਨਹੀਂ ਆਉਂਦਾ ਹੈ ਕਿ ਕੰਮ ਕੀ ਹੋਣਾ ਹੈ ਇਹ ਤਾਂ ਕਰੋੜਾਂ ਰੁਪਇਆ ਜੋ ਆਉਂਦਾ ਹੈ ਨਾ ਜੀ ਉਸ ਦੀ ਬੰਦਰਬਾਟ ਹੁੰਦੀ ਹੈ ਉਸ ਦੀ ਬੰਦਰਬਾਟ ਹੁੰਦੀ ਹੈ ਉਹ ਕਰਪਸ਼ਨ ਹੁੰਦਾ ਹੈ ਜੀ ਜਦੋਂ ਵੀ ਕੋਈ ਬੋਲਦਾ ਹੈ ਨਾ ਕਿ ਹਜ਼ਾਰਾਂ ਕਰੋੜ ਰੁਪਏ ਦਾ ਵਿਕਾਸ तो हजारा करोड़ रुपए ਦਾ ਆਪਸ ਦੇ ਵਿੱਚ ਮਿਲੀ ਭੁਗਤ ਕਰਕੇ ਵੰਡ ਲੈਂਦੇ ਨੇ ਜੀ ਕੋਈ ਕੰਮ ਨਹੀਂ ਹੁੰਦਾ ਹੈ ਨਹੀਂ ਤਾਂ ਪ੍ਰੋਜੈਕਟ ਦੇ ਬਾਰੇ ਦੱਸਣਾ ਚਾਹੀਦਾ ਹੈ ਕਿ ਅਸੀਂ ਇਹ ਪ੍ਰੋਜੈਕਟ ਅੱਜ ਕੱਲ ਦੇਖੋ ਪਿਛਲੇ 20 ਸਾਲਾਂ ਤੋਂ ਇਹ ਟ੍ਰੈਂਡ ਆਇਆ ਹੈ ਕਿ ਅਸੀਂ 5000 ਕਰੋੜ ਰੁਪਏ ਦਾ ਡਿਵੈਲਪਮੈਂਟ ਦਾ ਕੰਮ ਕਰਾ ਰਹੇ ਹਾਂ ਕਿਉਂ ਜੀ ਤੁਸੀਂ ਇਹ ਦੱਸੋ ਨਾ ਕਿ ਪ੍ਰੋਜੈਕਟ ਕੌਣ ਸੇ ਲਿਆ ਰਹੇ ਹੋ ਉਸ ਪ੍ਰੋਜੈਕਟ ਦੇ ਉੱਤੇ ਖਰਚਾ ਕੀ ਹੋ ਰਿਹਾ ਇਹ ਸਿਰਫ ਦੇਖੋ ਪਬਲਿਕ ਮਨੀ ਹੈ ਪਬਲਿਕ ਦੇ ਟੈਕਸ ਦੀ ਕਮਾਈ ਹੈ ਉਹ ਸਾਰਾ ਕੁਝ ਹੈ ਕਰਪਸ਼ਨ ਦੇ ਰੂਪ ਦੇ ਵਿੱਚ ਇਹ ਸਾਰਾ ਖਾ ਜਾਂਦੇ ਨੇ ਇਸ ਕਰਕੇ ਇਸ ਤਰੀਕੇ ਦੀ ਗੱਲ ਚੱਲਦੀ ਹੈ ਕਿਤੇ ਨਾ ਕਿਤੇ ਨੁਕਸਾਨ ਹਾਂਜੀ
ਨੁਕਸਾਨ ਹੋਇਆ ਪੰਜਾਬ ਦਾ। ਵਾਕਈ ਕਰਜ਼ੇ ਨਹੀਂ ਗਿਆ ਪੰਜਾਬ ਜਿਹੜਾ 42000 ਕਰੋੜ 42 ਸਮਥਿੰਗ ਹਜ਼ਾਰ ਕਰੋੜ ਦਾ ਜਿਹੜਾ ਪੈਕੇਜ ਆਣਾ ਉਹ ਕਿਤਨਾ ਕਿਤੇ ਸਰਕਾਰ ਦੇਖੋ ਸਰਕਾਰ ਓਨੈਸਟ ਹੁੰਦੀ ਹੈ ਤਾਂ ਰੈਵਨਿਊ ਆਉਂਦਾ ਹੈ, ਸਹੀ ਥਾਂ ਤੋਂ ਰੈਵਨਿਊ ਆਉਂਦਾ ਹੈ ਤੇ ਸਹੀ ਥਾਂ ਤੇ ਖਰਚ ਹੁੰਦਾ ਹੈ। ਲੇਕਿਨ ਜਦੋਂ ਸਰਕਾਰ ਕਰਪਟ ਹੁੰਦੀ ਹੈ, ਸਰਕਾਰ ਬੇਈਮਾਨ ਹੁੰਦੀ ਹੈ ਤਾਂ ਹਰ ਤਰਫ ਬੇਈਮਾਨੀ ਹੁੰਦੀ ਹੈ, ਹਰ ਦਫ਼ਤਰ ਦੇ ਵਿੱਚ ਬੇਈਮਾਨੀ ਚੱਲਦੀ ਹੈ, ਕਰਪਸ਼ਨ ਚੱਲਦਾ ਹੈ। ਤੇ ਕਰਜ਼ੇ ਦਾ ਕਾਰਨ ਇਹ ਹੈ ਕਿ ਸਰਕਾਰ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਹੈ। ਉਹ ਆਪਣੀ ਜੇਬ ਭਰਦੇ ਨੇ ਤੇ ਜੇਕਰ ਪਬਲਿਕ ਟੈਕਸ ਦੇ ਰਹੀ ਹੈ, ਪਬਲਿਕ ਟੈਕਸ ਦੇ ਰਹੀ ਹੈ ਤੇ ਟੈਕਸ ਦਾ ਪੈਸਾ ਜਾ ਕਿੱਥੇ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਇਮਾਨਦਾਰ ਸਰਕਾਰ ਆਊਗੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਲੈਣਾ ਅਸੀਂ ਡਿਵੈਲਪਮੈਂਟ ਵੀ ਕਰਾਂਗੇ ਤੇ ਕਰਜ਼ੇ ਦਾ ਬੋਝ ਵੀ ਹੌਲੀ ਹੌਲੀ ਅਸੀਂ ਪਰ ਖਤਮ ਚਰਨਜੀਤ ਕਰਾਂਗੇ। ਸਿੰਘ ਚੰਨੀ ਜਿਹੜੇ ਇੱਕ ਬੜਾ ਵੱਡਾ ਬਿਆਨ ਦਿੰਦੇ ਕਿ ਪੰਜਾਬ ਨੂੰ ਦੇਸ਼ ਭਗਤੀ ਦੇ ਨਾਂ ਤੇ ਜਿਹੜਾ ਵਾ ਉਹਨੂੰ ਸ਼ਰਮਨਾਕ ਨਾ ਕਿਹਾ ਜਾਵੇ, ਉਹਨੂੰ ਬਦਨਾਮ ਨਾ ਕੀਤਾ ਜਾਵੇ। ਕੇਂਦਰ ਸਰਕਾਰ ਨੂੰ ਇੱਕ ਤਰਜੀਹ ਦਿੱਤੀ ਕਿ ਲੱਗਦਾ ਨਹੀਂ ਮਾਹੌਲ ਖਰਾਬ ਪਹਿਲਾਂ ਦੇਖੋ ਚਰਨਜੀਤ ਸਿੰਘ ਚੰਨੀ ਦਾ ਆਪਣਾ ਹੀ ਐਗਜ਼ਿਸਟੈਂਸ ਨਹੀਂ ਹੈ, ਆਪਣਾ ਹੀ ਐਗਜ਼ਿਸਟੈਂਸ ਨਹੀਂ ਹੈ। ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਉਸ ਤੋਂ ਬਾਅਦ ਸੁਨੀਲ ਜਾਖੜ ਜੀ ਦਾ ਨਾਂ ਆਇਆ, ਫਿਰ ਕਿਸੇ ਹੋਰ ਦਾ ਨਾਂ ਆਇਆ। ਆਖਰੀ ਦਿਨ ਚਰਨਜੀਤ ਸਿੰਘ ਚੰਨੀ ਜੀ ਨੇ ਸਹੁੰ ਚੁੱਕ ਲਿਆ ਜੀ, ਲੇਕਿਨ ਉਹਨਾਂ ਨੂੰ ਮਾਨਤਾ ਪਾਰਟੀ ਵੱਲੋਂ ਵੀ ਨਹੀਂ ਮਿਲੀ ਹੈ। ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਵੀ ਕੋਈ ਮਾਨਤਾ ਨਹੀਂ ਮਿਲੀ ਹੈ। ਹੁਣ ਹਾਈ ਕਮਾਂਡ ਜਿਹੜਾ ਹੈ ਕਾਂਗਰਸ ਦਾ ਜੋ ਦਿੱਲੀ ਦੇ ਵਿੱਚ ਬੈਠਦਾ ਹੈ, ਉਹਨਾਂ ਨੇ ਇੱਕ ਸਕ੍ਰਿਪਟ ਬਣਾਈ ਹੋਈ ਹੈ। ਉਹ ਸਕ੍ਰਿਪਟ ਦੇ ਤਹਿਤ ਉਹਨਾਂ ਦੇ ਕੋਲ ਆ ਜਾਂਦਾ ਹੈ, ਉਹ ਪੜ੍ਹ ਕੇ ਸੁਣਾ ਦਿੰਦੇ ਨੇ ਜੀ। ਉਹ ਆਪਣੀ ਮਰਜ਼ੀ ਦੇ ਨਾਲ ਕੋਈ ਕੰਮ ਨਹੀਂ ਕਰਦੇ। ਇੱਕ ਦਿਨ ਦੇ ਵਿੱਚ ਦੋ ਬਾਰ ਉਹਨਾਂ ਨੂੰ ਦਿੱਲੀ ਤਲਬ ਕੀਤਾ ਜਾਂਦਾ ਹੈ। ਤਾਂ ਹੁਣ ਜੋ ਉਹਨਾਂ ਦੇ ਕੋਲ ਆ ਜਾਂਦਾ ਹੈ, ਇੱਕ ਟੀਮ ਹੈ, ਮਤਲਬ ਹਾਈ ਕਮਾਂਡ ਨੇ ਇੱਕ ਟੀਮ ਲਗਾਈ ਹੋਈ ਹੈ, ਇਲੈਕਸ਼ਨ ਸਟ੍ਰੈਟਜਿਸਟ ਦੀ ਇੱਕ ਟੀਮ ਲਗਾਈ ਹੋਈ ਹੈ, ਜੋ ਉਧਰੋਂ ਲਿਖ ਕੇ ਆ ਜਾਂਦਾ ਹੈ, ਚੰਨੀ ਸਾਹਿਬ ਬੋਲ ਦਿੰਦੇ ਨੇ। ਇਸ ਕਰਕੇ ਉਹਨਾਂ ਨੂੰ ਪਬਲਿਕ ਨੇ ਐਲਾਨ ਮੰਤਰੀ ਦਾ ਨਾਂ ਰੱਖਿਆ ਹੋਇਆ ਹੈ, ਮੁੱਖ ਮੰਤਰੀ ਨਹੀਂ, ਉਹ ਐਲਾਨ ਮੰਤਰੀ ਨੇ। ਇਸ ਕਰਕੇ ਮੈਂ ਉਹਨਾਂ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੁਹਾਡੀ ਮੁਖਾਲਫਤ ਹੋਈ ਸੀ, ਟਿਕਟ ਮਿਲੀ ਸੀ ਤਾਂ ਕੁਝ ਵਰਕਰ ਜਿਹੜੇ ਨੇ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਨਹੀਂ ਕਿਹਾ ਸੀ ਵੀ ਇਹ ਟਿਕਟ ਜਿਹੜੀ ਹੈ ਨਹੀਂ ਜੀ, ਦੇਖੋ ਪੈਰਾਸ਼ੂਟ ਦੇ ਰਾਹੀਂ ਜਿਹੜਾ ਉਮੀਦਵਾਰ ਆਇਆ ਉਹਨੂੰ ਦਿੱਤੀ ਗਈ ਹੈ ਜੀ। ਕੌਣ ਹੈ ਪੈਰਾਸ਼ੂਟ? ਕੁਝ ਵਰਕਰ ਆਏ ਸੀਗੇ ਤੁਹਾਡੇ ਬਾਰੇ, ਕਹਿੰਦੇ ਸੀ ਵੀ ਵਰਕਰ ਜਿਹੜੇ ਕਿ ਪਿਛਲੇ ਜਿਹੜੇ ਕੰਮ ਤੁਸੀਂ ਪਹਿਲੀ ਵਾਰ ਮੈਂ ਸੁਣ ਰਿਹਾ, ਤੁਸੀਂ ਬੋਲ ਰਹੇ ਹੋ। ਇੱਥੇ ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ ਨਾ। ਅੱਜ ਦਾ ਜਿਹੜਾ ਮੁੱਦਾ ਹੈ ਡਰੱਗਸ ਦਾ ਮੁੱਦਾ ਹੈ ਜੀ। आज ड्रग्स ਦੇ ਮੁੱਦੇ ਤੇ ਕੰਸੈਂਟਰੇਟ ਕਰੋ, ਕੱਲ ਫਿਰ ਤੁਹਾਡੇ ਨਾਲ ਗੱਲ ਕਰਾਂਗੇ। आज ਅਸੀਂ आज मेरी बात तो सुनिए, मेरी बात तो सुनो, मेरी बात तो सुनो। आज ਅਸੀਂ ਡਰੱਗਸ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ। ਅਸੀਂ ਡੇਲੀ ਪ੍ਰੈਸ ਕਾਨਫਰੰਸ ਕਰਨਾ ਹੈ, ਡੇਲੀ ਪ੍ਰੈਸ ਕਾਨਫਰੰਸ ਕਰਨਾ ਹੈ। ਅੱਜ ਡਰੱਗਸ ਦੇ ਮੁੱਦੇ ਤੇ ਕਰੋ, ਕੋਈ ਹੋਰ ਮੁੱਦਾ ਹੋਊਗਾ ਕੱਲ ਫਿਰ। ਮੇਰੀ ਗੱਲ ਤਾਂ ਸੁਣੋ, ਅੱਜ ਅਸੀਂ ਡਰੱਗਸ ਦੇ ਮੁੱਦੇ ਤੇ ड्रग्स का 1 मिनट। हाँ जी, कितने बड़े जैसे प्रधानमंत्री जी के आपके मुताबिक इस तरह की तरफ से ये गलती सामने आ रही है। देखिए एक प्रोटोकॉल होता है जी, जी जो प्रधानमंत्री राष्ट्रपति की सुरक्षा का जहाँ तक सवाल है, एक प्रोटोकॉल होता है। और आज आप अखबारों में भी पढ़े होंगे ब्लू बुक के बारे में कि ब्लू बुक तय करेगा अधिकारियों की जिम्मेवारी और सरकारों की जिम्मेवारी। एक ब्लू बुक होता है, सुनिए तो सही, वो किताब होती है और वो बहुत कॉन्फिडेंशियल किताब होती है। जैसे हम एसएसपी होते हैं या कमिश्नर होते हैं तो हमारे के पास होता है, वो आम नहीं मिलता बिल्कुल। हर महीने तरीके से ब्लू बुक में जो डायरेक्शंस हैं, गाइडलाइंस हैं, उसको फॉलो करना होता है। वो चीज़ फॉलो नहीं किया गया है। आज के अफसरों की मैं बात बताऊँ आपको, आप सुनिए, मेरी बात सुनिए। आज किसी भी अफसर को आप पूछेंगे ना कि ब्लू बुक में क्या लिखा हुआ है, आप मैं लाइव सवाल करूंगा अफसरों से, किसी को पता नहीं है। कारण कि हमारी जो पॉलिटिक्स है ना, इस पॉलिटिक्स ने गुलाम बनाया हुआ है अफसरों को। अफसर किताब नहीं पढ़ते हैं, ना उनके पास टाइम है, ना ही उसकी ज़रूरत है, क्योंकि अब अफसरों को जो गाइडलाइन ऊपर से आती है ना पॉलिटिकल, उसके हिसाब से काम करते हैं। मैं आपको गारंटी के साथ बोल रहा हूँ। आपने कहा कि मैं पुलिस अफसर रहा हूँ, तो मुझे पता है हर अफसर की काबिलियत के बारे में पता है। इनको किसी को ब्लू बुक के बारे में पता ही नहीं है आज, क्योंकि जो ऊपर से जो गाइडलाइन आ जाता है ना पॉलिटिकल, उसी को फॉलो करते हैं, ब्लू बुक कोई नहीं पढ़ता। वही निकल रहे होते, प्रदर्शन हो रहा है और वो बोलते हैं कि ये जनता हमारी है, लेकिन मैं कोई प्रधानमंत्री जी की तरफदारी नहीं कर रहा हूँ।
चिरंजीव सिंह चन्नी जी कांग्रेस में हैं, पर मैं शब्द वो की भी बात हमारे कर- लिए शब्दों की ऑपोजिशन बात है। कर रहा हूं। सुनिए तो सही, प्रधानमंत्री जी की पार्टी जो है वो बीजेपी पार्टी है, हमारे लिए वो भी ऑपोजिशन, हमारे लिए वो भी ऑपोजिशन। मैं प्रधानमंत्री पद की गरिमा की बात कर रहा हूँ कि प्रधानमंत्री के पद की गरिमा, क्योंकि वो देश के साथ हो। प्रधानमंत्री किसी पार्टी के नहीं होते हैं, प्रधानमंत्री देश के होते हैं। जो भी बन गए वैसे ही मुख्यमंत्री, चाहे आज कांग्रेस के मुख्यमंत्री हैं, कल आम आदमी पार्टी के मुख्यमंत्री होंगे, किसी और स्टेट में कोई बीजेपी के हैं, कोई कांग्रेस के हैं, उससे कोई नहीं है। जो वो पद के साथ जो गरिमा जुड़ी हुई है, उस गरिमा को बहाल रखना चाहिए, मेरा इतना कहना है। हमारी नज़रों में वो दोनों पार्टियां जो है वो ऑपोजिशन के रूप में हैं, और हम अपनी बात कहेंगे, आम आदमी पार्टी की बात करेंगे। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।